Hello, dear students. ਅੱਜ ਅਸੀਂ ਪ੍ਰੈਪੋਜੀਸ਼ਨਸ ਦਾ ਸੈਕੰਡ ਪਾਰਟ ਕਰਦੇ ਹਾਂ ਬਈ। ਸਭ ਤੋਂ ਪਹਿਲਾਂ ਯੂਜ਼ ਆਫ ਬਿਟਵੀਨ ਤਾਂ ਬਿਟਵੀਨ ਦੀ ਜਿਹੜੀ ਵਰਤੋਂ ਹੈ ਉਹ ਦੋ ਪੁਰਸ਼ਾਂ, ਦੋ ਸਥਾਨਾਂ ਜਾਂ ਦੋ ਚੀਜ਼ਾਂ ਲਈ ਕੀਤੀ ਜਾਂਦੀ ਹੈ। ਸਿਰਫ ਦੋ ਵਾਸਤੇ ਬਿਟਵੀਨ ਵਰਤਿਆ ਜਾਂਦਾ ਹੈ। ਜਿਵੇਂ ਟੂ ਬ੍ਰਦਰਸ ਕੁਆਰਲਡ ਬਿਟਵੀਨ ਦੈਮਸੈਲਵਸ, ਇੱਕ ਦੋ ਭਾਈ ਨੇ ਜਿਹੜੇ ਆਪਸ 'ਚ ਲੜ ਪਏ, ਟੂ ਬ੍ਰਦਰਸ। ਠੀਕ ਹੈ ਬਈ, ਜਦੋਂ ਦੋ ਦੀ ਗੱਲ ਹੋਵੇ ਤਾਂ ਬਿਟਵੀਨ ਆਊਗਾ। ਟੂ ਬ੍ਰਦਰਸ ਦ ਟੂ ਬ੍ਰਦਰਸ ਕੁਆਰਲਡ, ਲੜਨਾ ਹੁੰਦਾ ਹੈ ਬਿਟਵੀਨ ਦੈਮਸੈਲਵਸ, ਆਪਦੇ ਆਪ ਮਤਲਬ ਦੈਮਸੈਲਵਸ ਆਪਣੇ ਆਪ ਦੇ ਵਿੱਚ, ਆਪਸ ਦੇ ਵਿੱਚ ਲੜ ਪਏ। ਫਿਰ ਦੂਜੀ ਗੱਲ ਕਰਦੇ ਹਾਂ ਆਪਾਂ ਅਮੰਗ ਦੀ। ਅਮੰਗ ਦਾ ਮਤਲਬ ਹੁੰਦਾ ਹੈ ਦੋ ਤੋਂ ਵੱਧ। ਅਮੰਗ ਦੀ ਜਿਹੜੀ ਵਰਤੋਂ ਹੁੰਦੀ ਹੈ ਉਹ ਦੋ ਤੋਂ ਵੱਧ ਚੀਜ਼ਾਂ ਵਾਸਤੇ ਕੀਤੀ ਜਾਂਦੀ ਹੈ। ਦੋ ਤੋਂ ਵੱਧ ਚੀਜ਼ਾਂ ਵਾਸਤੇ, ਵੱਧ ਪੁਰਸ਼ਾਂ ਵਾਸਤੇ, ਸਥਾਨਾਂ ਵਾਸਤੇ ਜਾਂ ਚੀਜ਼ਾਂ ਵਾਸਤੇ ਕੀਤੀ ਜਾਂਦੀ ਹੈ। ਜਿਵੇਂ ਦ ਥਰੀ ਬ੍ਰਦਰਸ ਕੁਆਰਲਡ ਅਮੰਗ ਦੈਮਸੈਲਵਸ। ਹੁਣ ਪਹਿਲਾਂ ਦੋ ਦੀ ਗੱਲ ਸੀ ਤਾਂ ਬਿਟਵੀਨ, ਇਹਦੇ ਥਰੀ ਬ੍ਰਦਰਸ ਨੇ, ਦੋ ਤੋਂ ਵੱਧ ਜਿੰਨੇ ਵੀ ਹੋਣ ਉਹ ਅਮੰਗ ਵਰਤਿਆ ਜਾਊਗਾ ਉੱਥੇ। ਠੀਕ ਹੈ ਬਈ। ਤਾਂ ਦੋ ਤੋਂ ਵੱਧ ਵਾਸਤੇ ਚਾਹੇ ਪੁਰਸ਼, ਸਥਾਨ, ਚੀਜ਼ਾਂ ਜੋ ਵੀ ਹੋਣ ਉਹਨਾਂ ਵਾਸਤੇ ਵਰਤਿਆ ਜਾਊਗਾ ਅਮੰਗ। ਅੱਗੇ ਦੇਖੋ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵਿੱਦ ਦਾ ਜਿਹੜਾ ਯੂਜ਼ ਹੈ, ਵਿੱਦ ਦੀ ਜਿਹੜੀ ਵਰਤੋਂ ਹੈ ਉਹ ਕਾਹਦੇ ਵਾਸਤੇ ਕੀਤੀ ਜਾਂਦੀ ਹੈ। ਵਿੱਦ ਉਸ ਯੰਤਰ, ਇੰਸਟਰੂਮੈਂਟ ਹੈ, ਕੋਈ ਚੀਜ਼ ਆਪਾਂ ਵਰਤਦੇ ਹਾਂ, ਇੰਸਟਰੂਮੈਂਟ ਵੱਲ ਸੰਕੇਤ ਕਰਦਾ ਹੈ। ਇੰਸਟਰੂਮੈਂਟ ਯੰਤਰ ਵੱਲ ਸੰਕੇਤ ਕਰਦਾ ਹੈ ਜਿਸ ਦੀ ਵਰਤੋਂ ਕੋਈ ਕੰਮ ਕਰਨ ਲਈ ਕੀਤੀ ਜਾਂਦੀ ਹੈ। ਮਤਲਬ ਐਸੀ ਚੀਜ਼, ਜਿਵੇਂ ਦੇਖੋ ਐਗਜ਼ਾਮਪਲ ਆਪਾਂ ਲੈਂਦੇ ਹਾਂ, ਹੀ ਬੀਟ ਹਿਜ਼ ਸਰਵੈਂਟ ਵਿਦ ਅ ਸਟਿਕ। ਸਰਵੈਂਟ ਨੂੰ ਉਹਨੇ ਕੁੱਟਿਆ ਕਾਹਦੇ ਨਾਲ? ਸਟਿਕ ਦੇ ਨਾਲ, ਡੰਡੇ ਦੇ ਨਾਲ ਕੁੱਟਿਆ। ਵਿਦ ਅ ਸਟਿਕ, ਇਹਦਾ ਮਤਲਬ ਡੰਡੇ ਵਾਸਤੇ ਵਰਤਿਆ ਗਿਆ ਉਹ ਸਟਿਕ ਹੈ ਜਿਹੜਾ, ਵਿਦ ਅ ਸਟਿਕ। ਠੀਕ ਹੈ, ਜਿਹੜੀ ਚੀਜ਼ ਆਪਾਂ ਵਰਤਦੇ ਹਾਂ ਕੋਈ ਕੰਮ ਕਰਨ ਵਾਸਤੇ ਉਹਦੇ ਨਾਲ ਲੱਗਦਾ ਵਿਦ। ਠੀਕ ਹੈ ਬਈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਾਏ ਕੰਮ ਕਰਨ ਵਾਲੇ। ਜਿਵੇਂ ਬਾਏ ਦੀ ਵਰਤੋਂ ਹੈ ਡੂਅਰ ਵੱਲ। ਡੂਅਰ ਮਤਲਬ ਕੰਮ ਕਰਨ ਵਾਲਾ। ਠੀਕ ਹੈ, ਜਿਹੜਾ ਕੰਮ ਕਰਦਾ। ਤਾਂ ਇਹ ਹੈਗਾ ਦਾ ਬੁੱਕ ਵਾਜ਼ ਰਿਟਨ ਬਾਏ ਮੀ, ਬੁੱਕ ਮੇਰੇ ਦੁਆਰਾ ਲਿਖੀ ਗਈ ਸੀ। ਤਾਂ ਮੇਰੇ ਨਾਲ ਕੀ ਬਣਿਆ? ਬਾਏ ਬਣਿਆ। ਜਿਹੜਾ ਕੰਮ ਕਰਨ ਵਾਲਾ ਹੈ ਉਹਦੇ ਨਾਲ ਕੀ ਲੱਗਦਾ? ਮੀ। ਠੀਕ ਹੈ ਬਈ, ਗੱਲ ਸਮਝ ਗਏ? ਕੰਮ ਕਰਨ ਵਾਲੇ ਵੱਲ ਜਿਹੜਾ ਕੀ ਹੈ, ਦੇਖੋ ਜਿਹੜਾ ਵਿੱਦ ਸੀਗਾ ਉਹ ਆਪਾਂ ਜੰਤਰ ਵਾਸਤੇ ਵਰਤਦੇ ਸੀਗੇ। ਜਿਹੜੇ ਜੰਤਰ ਦੇ ਨਾਲ ਕੀ ਹੈ ਕੰਮ, ਜਿਹੜੇ ਜੰਤਰ ਦੇ ਨਾਲ ਕੰਮ ਕੀਤਾ। ਠੀਕ ਹੈ, ਤੇ ਬਾਏ ਹੈ ਜਿਹੜਾ ਬਈ ਉਹ ਕੰਮ ਕਰਨ ਵਾਲਾ ਹੈ, ਜਿਹੜਾ ਉਹ ਕੰਮ ਕਰਨ ਵਾਲਾ ਹੈ। ਜਿਵੇਂ ਰਿਟਨ ਬਾਏ ਮੀ ਤਾਂ ਮੀ ਦੇ ਨਾਲ। ਫਿਰ ਬਿਸਾਈਡ ਦਾ ਮਤਲਬ ਹੁੰਦਾ ਨੇੜੇ। ਬਿਸਾਈਡ ਦਾ ਮਤਲਬ ਕੀ ਹੁੰਦਾ? ਨੇੜੇ ਜਾਂ ਅਸੰਗਤ, ਨੇੜੇ। ਹੀ, ਜਿਵੇਂ ਐਗਜ਼ਾਮਪਲ ਆਪਾਂ ਲੈਂਦੇ ਹਾਂ, ਹੀ ਕੇਮ ਐਂਡ ਸੈਟ ਬਿਸਾਈਡ ਮੀ। ਉਹ ਆਇਆ ਤੇ ਮੇਰੇ ਨੇੜੇ ਬੈਠ ਗਿਆ। ਉਹ ਆਇਆ ਤੇ ਮੇਰੇ ਨੇੜੇ ਬੈਠ ਗਿਆ। ਯੂਅਰ ਆਨਸਰ ਇਜ਼ ਬਿਸਾਈਡ ਦਾ ਮਾਰਕ। ਯਾਨੀ ਤੁਹਾਡਾ ਜਿਹੜਾ ਆਨਸਰ ਹੈ ਉਹ ਸਹੀ ਦੇ ਨੇੜੇ ਹੈ। ਬਿਸਾਈਡ ਦਾ ਮਾਰਕ ਮਤਲਬ ਨਿਸ਼ਾਨਾ ਸਹੀ ਥਾਂ 'ਤੇ ਲੱਗਿਆ।
मतलब सही थां ਦੇ बिल्कुल नेड़े लगना, बिल्कुल नेड़े ਜਾਂ सही होना, वो है। ठीक है बई। केम एंड सैट बिसाइड मी, आया तो नेड़े बह गया। आंसर इज बिसाइड द मार्क। ठीक है, सच्चाई के नेड़े, सही के नेड़े ला लो। फिर हैगा बिसाइड्स। देखो बिसाइड नेड़े होंगे, बिसाइड्स जे एस लग गया तो इलावा, इस तो इलावा, जिमें आई हैव, उदाहरण के तौर पर देखो, आई हैव अदर 3 पेन्स बिसाइड्स दिस, इस तो इलावा भी मेरे को 3 पेन हैं। आई हैव अदर 3 पेन, होर 3 पेन ने इस पेन तो इलावा। ठीक है, बिसाइड का मतलब नेड़े, बिसाइड का मतलब होंगे तो इलावा। ठीक है, आई हैव अदर 3 पेन्स बिसाइड्स दिस, इस पेन तो इलावा मेरे को होर 3 पेन हैं। फिर बई आप गल करते हैं सिंस ते फॉर की। सिंस ते फॉर आप की है, एक वो टेंस के पढ़िया करते थे, परफेक्ट कंटीन्यूअस टेंस। ठीक है, सिंस ते फॉर की वरतों परफेक्ट टेंस के की जाती है, परफेक्ट कंटीन्यूअस के, परफेक्ट कंटीन्यूअस के। ठीक है, पक्का समा कच्चा समा तो पता है, पॉइंट ऑफ टाइम तो पीरीयड ऑफ टाइम जोड़ा। तो अगे देखो, ही हैज़ बीन इल सिंस मंडे, सिंस मंडे लास्ट। ठीक है, उस तो बाद देखो सिंस पॉइंट ऑफ टाइम मंडे, तो हैज़ बीन, आई हैज़ बीन, हैव बीन इल फॉर 5, फॉर पीरीयड ऑफ टाइम हो गया, फॉर 5 डेज। ठीक है, ये पीरीयड ऑफ टाइम हो गया, 5 है जोड़ा पीरीयड ऑफ टाइम है बई। ठीक है, मंडे पॉइंट ऑफ टाइम हो गया। देखो गल तुहानूं दसी सीगी, जोड़ा सिंस है वो पॉइंट ऑफ टाइम वास्ते वरत्या जाता है, जिमें आ देखो सिंस मंडे, तो फॉर की वरतों है जी पीरीयड ऑफ टाइम लिए की जाती है, जिमें 5, फॉर 5 पीरीयड ऑफ टाइम है। ठीक है बई, फॉर की वरतों पीरीयड ऑफ टाइम के लिए की जाती है। फिर जी फ्रॉम की वरतों है वो किसी भी टेंस तो बाद की जाती है बई, किसी भी टेंस तो बाद की जा सकती है। फ्रॉम ही स्टडीड इंग्लिश फ्रॉम द एज ऑफ 10। ठीक है, ये देखो की है, स्टडीड, स्टडीड मतलब पास्ट इंडेफिनिट टेंस है। ठीक है, तो फ्रॉम द एज ऑफ 10, जी फ्रॉम की वरतों है वो किसी भी टेंस के नाल की जा सकती है। उस तो बाद आप गल करते हैं ड्यूरिंग। ड्यूरिंग की वरतों तद की जाती है जब कोई क्रिया किसी अवधि के दौरान हुई हो, यानी किसी समय के दौरान हुई हो। कोई भी गल है एक पार्टिकुलर समय के जी दौरान हुई है, वो करते हैं आप ड्यूरिंग की वरतों। जिमें द फोन रैंग ड्यूरिंग द मील, फोन है जोड़ा खाने के दौरान बजा, दे दौरान, ड्यूरिंग का मतलब होंगे वैसे दे दौरान। हर हसबैंड वास, हर, फिर देखो भाई, हर हसबैंड वास टेकन टू द हॉस्पिटल ड्यूरिंग नाइट, हसबैंड वास, हर हसबैंड वास टेकन टू द हॉस्पिटल ड्यूरिंग नाइट, रात के दौरान हसबैंड को हस्पताल ले जाया गया रात के दौरान, तो ड्यूरिंग नाइट। ठीक है, रात के दौरान यानी रात को। उस तो बाद बई आप गल करते हैं यूज ऑफ टू, टू अंटिल, अंटिल कंडीशन, टू अंटिल कंडीशन वास्ते, टिल पॉइंट ऑफ टाइम वास्ते, टिल है जोड़ा पॉइंट ऑफ टाइम वास्ते, यानी किसी टू
ਅਵਧੀ ਦੇ ਕੀ ਕਹਿੰਦੇ ਅੰਤ ਨੂੰ ਸੂਚਿਤ ਕਰਨ ਲਈ ਕੀਤੀ ਜਾਂਦੀ ਹੈ। ਜਿਵੇਂ ਦੇਖੋ ਆਪਾਂ ਉਦਾਹਰਨ ਦੇ ਨਾਲ ਸਮਝਾਂਗੇ ਤਾਂ 2 ਹੈ ਜਿਹੜਾ ਬਈ 2 ਦੀ ਗੱਲ ਆਪਾਂ ਜਦੋਂ ਕਰਦੇ ਹਾਂ, ਦੇਖੋ ਹੀ ਇਜ਼ ਬਿਜ਼ੀ ਫਰੋਮ 6 to 10, ਤਾਂ 6 to 10 ਦਾ ਮਤਲਬ ਇੱਕ ਅਵਧੀ ਹੋ ਗਈ, ਇੱਕ ਸਮਾਂ ਹੋ ਗਿਆ ਜਿਹਦੇ ਬਿਟਵੀਨ ਕੋਈ ਕਿਰਿਆ ਬਿਜ਼ੀ ਸੀਗਾ ਉਹ ਉਸ ਸਮੇਂ ਦੇ ਦੌਰਾਨ। ਠੀਕ ਹੈ, ਤਾਂ ਇੱਥੇ 2 ਦੀ ਵਰਤੋਂ ਹੁੰਦੀ ਹੈ। ਫਿਰ ਸੈਕਿੰਡ ਹੈਗਾ ਅੰਟਿਲ, ਲੈਟਸ ਵੇਟ ਅੰਟਿਲ ਦਾ ਰੇਨ ਸਟਾਪਸ। ਅੰਟਿਲ ਦੇਖੋ ਕੰਡੀਸ਼ਨ ਹੈ, ਆਪਾਂ ਨੇ ਇੱਥੇ ਪੜ੍ਹਿਆ ਸੀਗਾ ਵੀ ਕੰਡੀਸ਼ਨ ਦੇ ਕੋਈ ਕੰਡੀਸ਼ਨ ਹੋਵੇ ਜਦੋਂ ਵੀ ਲੈਟਸ ਵੇਟ ਕਰਦੇ ਹਾਂ ਅੰਟਿਲ ਦਾ ਰੇਨ ਸਟਾਪਸ, ਜਦੋਂ ਤੱਕ ਰੇਨ ਸਟਾਪ ਹੁੰਦੀ ਹੈ। ਠੀਕ ਹੈ, ਅੰਟਿਲ ਇਹ ਹੋਣ ਤੱਕ ਵੇਟ ਕਰਦੇ ਹਾਂ। ਫਿਰ ਇਹ ਜਿਹੜਾ ਟਿਲ ਹੈ ਦੇਖੋ ਪੁਆਇੰਟ ਆਫ ਟਾਈਮ ਵਾਸਤੇ ਹੈ। ਇੱਥੇ ਤੁਸੀਂ ਦੇਖੋ ਵੀ ਦ ਸ਼ੋਪ ਰਿਮੇਨਸ ਓਪਨ ਟਿਲ 10 AM, ਤਾਂ ਇਹ ਕੀ ਹੈ ਪੁਆਇੰਟ ਆਫ ਟਾਈਮ ਵਾਸਤੇ ਹੈ ਵੀ ਸ਼ਾਪ ਖੁੱਲੀ ਰਹੇਗੀ ਕਿੰਨੇ ਵਜੇ ਤੱਕ, 10 ਵਜੇ ਤੱਕ। ਦ ਸ਼ੋਪ ਰਿਮੇਨਸ ਓਪਨ ਟਿਲ 10 AM। ਹੁਣ ਤੁਸੀਂ ਗੱਲ ਸਮਝ ਗਏ ਹੋਵੋਗੇ, ਜਿਹੜਾ 2 ਹੈ 2 ਹੈਗਾ ਕਿਸੇ ਅਵਧੀ ਦੇ ਦੌਰਾਨ ਕੋਈ ਕੰਮ ਹੁੰਦਾ ਜਦੋਂ। ਠੀਕ ਹੈ, 6 to 10। ਠੀਕ ਹੈ, ਜਿਹੜਾ ਅੰਟਿਲ ਹੈ ਉਹ ਕੰਡੀਸ਼ਨ ਹੈ, ਉਹ ਕੰਡੀਸ਼ਨ ਵਾਸਤੇ ਹੈ ਵੀ ਕੀ ਕਰਦੇ ਆ, ਉਹਨਾਂ ਚਿਰ ਵੇਟ ਕਰਦੇ ਆ ਜਿੰਨਾ ਚਿਰ ਬਾਰਿਸ਼ ਨਹੀਂ ਰੁਕਦੀ। ਫਿਰ ਜਿਹੜਾ ਟਿਲ ਹੈ ਉਹ ਟਿਲ ਪੁਆਇੰਟ ਆਫ ਟਾਈਮ ਨੂੰ ਸੂਚਿਤ ਕਰਦਾ ਹੈ। ਠੀਕ ਹੈ, ਦਾ ਸ਼ਾਪ ਰਿਮੇਨਸ ਓਪਨ ਟਿਲ 10 AM, 10 ਵਜੇ ਤੱਕ ਖੁੱਲੀ ਰਹੂਗੀ। ਠੀਕ ਹੈ ਬਈ, ਗੱਲ ਸਮਝ ਗਏ ਤੁਸੀਂ। ਫਿਰ ਅੱਗੇ ਦੇਖੋ, ਫਿਰ ਆਪਾਂ ਗੱਲ ਕਰਦੇ ਹਾਂ ਯੂਜ਼ ਆਫ ਇਨ ਐਂਡ ਵਿਦਿਨ। ਦੇਖੋ ਇਨ ਦੀ ਵਰਤੋਂ ਆਪਾਂ ਨੇ ਇਨ ਦੀ ਵਰਤੋਂ ਭਵਿੱਖ ਵਿੱਚ ਕੀ ਹੈ ਕਿਸੇ ਅਵਧੀ ਦੇ ਅੰਤ ਨੂੰ ਸੂਚਿਤ ਕਰਨ ਲਈ ਕੀਤੀ ਜਾਂਦੀ ਹੈ। ਇਹ ਆਪਾਂ ਕਰ ਲਿਆ ਵੈਸੇ। ਠੀਕ ਹੈ, ਪਰ ਵਿਦਿਨ ਦੇ ਨਾਲ ਥੋੜ੍ਹਾ ਜਿਹਾ ਆਪਾਂ ਇਹਨੂੰ ਕੋਰਿਲੇਟ ਕਰਕੇ ਦੇਖਾਂਗੇ। ਠੀਕ ਹੈ, ਇਹਦੇ ਵਿੱਚ ਇਹ ਹੁੰਦਾ ਹੈ ਵੀ ਜਿਵੇਂ ਜੇ ਆਪਾਂ ਮਤਲਬ ਕਰਨਾ ਹੋਵੇ ਆਈ ਸ਼ੈਲ ਰਿਟਰਨ ਇਨ ਏ ਵੀਕ, ਮਤਲਬ ਇਹਦੇ ਵਿੱਚ ਆਪਾਂ ਨੇ ਉਹਦਾ ਅੰਤ ਨੂੰ ਸੂਚਿਤ ਕਰਨਾ ਹੈ ਵੀ ਅਖੀਰ ਦੇ ਵਿੱਚ ਆਊਗਾ ਉਹ ਮੁੜੂਗਾ। ਆਈ ਸ਼ੈਲ ਮੈਂ ਰਿਟਰਨ ਇਨ ਏ ਵੀਕ, ਇੱਕ ਹਫ਼ਤੇ 'ਚ ਮੁੜ ਆਵਾਂਗਾ। ਠੀਕ ਹੈ, ਤਾਂ ਹਫ਼ਤੇ ਦਾ ਮਤਲਬ ਹੈਗਾ ਵੀ ਹਫ਼ਤੇ ਦੇ ਅੰਤ ਦੇ ਵਿੱਚ ਹੀ ਆਊਗਾ, ਉਦੋਂ ਪਹਿਲਾਂ ਨਹੀਂ ਆਉਂਦਾ। ਐਂਡ ਆਫ ਵੀਕ, ਅੰਤ ਦੇ ਵਿੱਚ ਆਊਗਾ। ਤਾਂ ਜੇ ਆਪਾਂ ਵਿਦਿਨ ਦੀ ਗੱਲ ਕਰੀਏ ਤਾਂ ਵਿਦਿਨ ਦਾ ਮਤਲਬ ਕੀ ਹੈ ਵੀ ਇਹਦੀ ਮਤਲਬ ਅਵਧੀ ਦੀ ਸਮਾਪਤੀ ਤੋਂ ਥੋੜ੍ਹਾ ਪਹਿਲਾਂ। ਜੇ ਅਵਧੀ ਦੀ ਸਮਾਪਤੀ ਤੋਂ ਥੋੜ੍ਹਾ ਪਹਿਲਾਂ ਦੀ ਗੱਲ ਕਰਦੇ ਹਾਂ ਆਪਾਂ ਤਾਂ ਉੱਥੇ ਵਿਦਿਨ, ਜੇ ਬਿਲਕੁਲ ਅਖੀਰ ਦੀ ਗੱਲ ਕਰਦੇ ਹਾਂ ਤਾਂ ਇਨ। ਠੀਕ ਹੈ, ਹੀ ਵਿਲ ਰਿਟਰਨ ਵਿਦਿਨ ਏ ਵੀਕ। ਇੱਥੇ ਵਿਦਿਨ ਏ ਵੀਕ ਦਾ ਮਤਲਬ ਬਿਫੋਰ ਦਾ ਐਂਡ ਆਫ ਦਾ ਵੀਕ, ਮਤਲਬ ਇਨ ਹੈ ਤਾਂ ਬਿਲਕੁਲ ਐਂਡ ਦੇ ਵਿੱਚ ਆਊਗਾ ਉਹ, ਵੀਕ ਦੇ ਐਂਡ ਦੇ ਵਿੱਚ। ਠੀਕ ਹੈ, ਬਿਫੋਰ ਦਾ ਮਤਲਬ ਵਿਦਿਨ ਦਾ ਮਤਲਬ ਹੈਗਾ ਬਿਫੋਰ ਦਾ ਐਂਡ ਆਫ ਦਾ ਵੀਕ, ਮਤਲਬ ਵੀਕ ਦੇ ਉਹ ਤੋਂ ਪਹਿਲਾਂ। ਫਿਰ ਹੈਗਾ ਬਈ ਆਫਟਰ। ਆਫਟਰ ਕੀ ਹੈ ਬੇਟਾ, ਆਫਟਰ ਦੀ ਵਰਤੋਂ ਕਿਸੇ ਅਵਧੀ ਦੇ ਅੰਤ ਨੂੰ ਸੂਚਿਤ ਕਰਦੀ ਹੈ। ਆਫਟਰ ਵੀ ਸ਼ੀ ਰਿਟਰਨਡ ਫਰੋਮ ਵਈ ਆਫਟਰ ਏ ਵੀਕ, ਵੀ ਇੱਕ ਵੀਕ ਤੋਂ ਬਾਅਦ ਆਇਆ ਉਹ, ਮਤਲਬ ਉਹ ਵੀਕ ਤੋਂ ਬਾਅਦ। ਆਫਟਰ ਦਾ ਮਤਲਬ ਬਾਅਦ ਹੁੰਦਾ ਹੈ। ਫਿਰ ਹੈਗਾ ਵੀ ਕੀ ਕਹਿੰਦਾ ਇਹ, ਆਫਟਰ ਇੱਕ ਪ੍ਰੈਪੋਜੀਸ਼ਨ ਹੈ ਅਤੇ ਇਸ ਤੋਂ ਬਾਅਦ ਨਾਊਨ ਜਾਂ ਪ੍ਰਨਾਊਨ ਦਾ ਹੋਣਾ ਬਹੁਤ ਜ਼ਰੂਰੀ ਹੈ। ਠੀਕ ਹੈ, ਆਫਟਰ ਕੀ ਹੈ, ਇੱਕ ਪ੍ਰੈਪੋਜੀਸ਼ਨ ਹੈ, ਇਸ ਤੋਂ ਬਾਅਦ ਨਾਊਨ ਜਾਂ ਨੌਨ ਫਰੇਜ਼ ਦਾ ਹੋਣਾ ਜ਼ਰੂਰੀ ਹੈ। ਨਾਊਨ ਜਾਂ ਨੌਨ ਫਰੇਜ਼ ਦਾ। ਠੀਕ ਹੈ ਵੀ, ਨਾਊਨ ਜਾਂ ਨੌਨ ਫਰੇਜ਼ ਦਾ ਹੋਣਾ ਜ਼ਰੂਰੀ ਹੈ। ਵੀ ਵਿਲ ਲੀਵ ਆਫਟਰ ਲੰਚ, ਦੇਖੋ ਨਾਊਨ ਹੈ। ਠੀਕ ਹੈ, ਆਫਟਰ ਵਿਨਿੰਗ ਦਾ ਪ੍ਰਾਈਜ਼, ਆਫਟਰ ਵਿਨਿੰਗ ਦਾ ਪ੍ਰਾਈਜ਼ ਨੌਨ ਫਰੇਜ਼ ਹੈ। ਠੀਕ ਹੈ ਬਈ, ਸ਼ੀ ਬਿਕਮ ਫੇਮਸ ਓਵਰਨਾਈਟ, ਤਾਂ ਮਤਲਬ ਆਫਟਰ ਤੋਂ ਬਾਅਦ, ਆਫਟਰ ਪ੍ਰੈਪੋਜੀਸ਼ਨ ਹੈ ਇਸ ਕਰਕੇ ਇਸ ਤੋਂ ਬਾਅਦ ਨੌਨ ਜਾਂ ਨੌਨ ਫਰੇਜ਼ ਦਾ ਹੋਣਾ ਜ਼ਰੂਰੀ ਹੈ। ਫਿਰ ਆਪਾਂ ਗੱਲ ਕਰਦੇ ਹਾਂ
ਆਫਟਰਵਰਡਸ। ਆਫਟਰਵਰਡਸ ਇੱਕ ਐਡਵਰਬ ਹੈ। ਇਹਦੀ ਵਰਤੋਂ ਤਦ ਕੀਤੀ ਜਾਂਦੀ ਹੈ ਜਦ ਉੱਥੇ ਕੋਈ ਨੌਨ ਜਾਂ ਨੌਨ ਫਰੇਜ਼ ਨਾ ਹੋਵੇ। ਠੀਕ ਹੈ ਜੀ, ਆਫਟਰ ਦੇ ਨਾਲ ਨੌਨ ਜਾਂ ਨੌਨ ਫਰੇਜ਼ ਹੋਣਾ ਜ਼ਰੂਰੀ ਹੈ। ਆਫਟਰਵਰਡਸ ਇਹਦੇ ਨਾਲ ਜੇ ਨੌਨ ਜਾਂ ਨੌਨ ਫਰੇਜ਼ ਨਾ ਹੋਵੇ ਤਾਂ, ਜਿਵੇਂ ਲੈਟਸ ਗੋ ਟੂ ਥੀਏਟਰ ਫਸਟ ਐਂਡ ਈਟ ਆਫਟਰਵਰਡਸ। ਠੀਕ ਹੈ, ਉਸ ਤੋਂ ਬਾਅਦ ਆਫਟਰਵਰਡਸ ਸ਼ੀ ਵਾਜ਼ ਸੌਰੀ ਫॉर what she had said। ਠੀਕ ਹੈ ਬਈ, ਗੱਲ ਸਮਝ ਆ ਗਈ ਤੁਹਾਡੇ। ਅੱਗੇ ਦੇਖਦੇ ਹਾਂ। ਓਕੇ, ਥੈਂਕ ਯੂ।